ਅਕਾਲ ਪੁਰਖ ਦੀ ਸਿਰਜਣਾ ਪਰਿਪੂਰਨ ਪਰਮਾਤਮਾ ਦਾ ਬਣਾਇਆ ਹੋਇਆ ਇਹ ਬ੍ਰਹਿਮੰਡ ਪਰਿਵਰਤਨਸ਼ੀਲ ਹੈ। ਇੱਥੇ ਪਲ ਪਲ ਦੇ 'ਚ ਤਬਦੀਲੀ ਹੋ ਰਹੀ ਹੈ। ਇੱਥੇ ਛਿਨ ਛਿਨ ਦੇ 'ਚ ਪਰਿਵਰਤਨ ਹੋ ਰਿਹਾ ਹੈ। ਅਸੀਂ ਦੇਖਦੇ ਹਾਂ ਇਸ ਪ੍ਰਿਥਵੀ 'ਤੇ ਕਦੀ ਦਿਨ ਕਦੀ ਰਾਤ, ਕਦੀ ਸਰਦੀ ਕਦੀ ਗਰਮੀ, ਕਦੀ ਮੌਸਮੇ ਖਿਜ਼ਾਂ ਕਦੀ ਮੌਸਮੇ ਬਹਾਰ ਅਤੇ ਕਦੀ ਬਰਖਾ ਦੀ ਰੁੱਤ। ਮਨੁੱਖ ਦੀ ਜੀਵਨ ਸ਼ੈਲੀ 3 ਹਿੱਸਿਆਂ ਦੇ ਤਕਸੀਮ ਹੈ। ਇਹ ਕੁਛ ਸਮਾਜਿਕ ਹੈ, ਕੁਛ ਧਾਰਮਿਕ ਹੈ, ਕੁਛ ਰਾਜਨੈਤਿਕ ਹੈ। ਮਨੁੱਖਤਾ ਦੇ ਆਦਿ ਕਾਲ ਤੋਂ ਐਸਾ ਚੱਲਿਆ ਆ ਰਿਹਾ ਹੈ। ਇਹ ਤਬਦੀਲੀ, ਇਹ ਪਰਿਵਰਤਨ ਇਹਦੀ ਸਮਾਜਿਕ ਜ਼ਿੰਦਗੀ 'ਚ ਵੀ ਹੁੰਦਾ ਰਿਹਾ ਹੈ, ਰਾਜਨੀਤੀ ਦੇ 'ਚ ਵੀ ਹੁੰਦਾ ਰਿਹਾ ਹੈ, ਹੋ ਰਿਹਾ ਹੈ, ਔਰ ਧਰਮ ਦੀ ਦੁਨੀਆ ਦੇ 'ਚ ਵੀ ਤਬਦੀਲੀ ਆਉਂਦੀ ਹੀ ਰਹੀ ਹੈ। ਜਦ ਕਦੀ ਕੋਈ ਅਵਤਾਰੀ ਪੁਰਸ਼ਾਂ ਦਾ ਪ੍ਰਕਾਸ਼ ਬ੍ਰਹਿਮੰਡ ਦੇ 'ਚ ਫੈਲਦਾ ਹੈ, ਜਦ ਕਿਧਰੇ ਕੋਈ ਪੈਗੰਬਰੀ ਪੁਰਸ਼ਾਂ ਦੇ ਗੀਤ ਜਗਤ ਨੂੰ ਮੁਤਾਸਰ ਕਰਦੇ ਨੇ, ਪ੍ਰਭਾਵਿਤ ਕਰਦੇ ਨੇ, ਔਰ ਉਹਨਾਂ ਬਚਨਾਂ ਦੇ ਅਨੁਕੂਲ ਮਨੁੱਖਤਾ ਫੈਸਲਾ ਕਰਦੀ ਹੈ ਆਪਣਾ ਜੀਵਨ ਢਾਲਣ ਦੀ, ਤਾਂ ਕਦੀ ਕਦੀ ਐਸਾ ਵੀ ਹੋ ਜਾਂਦਾ ਹੈ ਇਹ ਚਾਨਣਾ ਵੀ ਧੁੰਦ ਦੀ ਲਪੇਟ ਦੇ 'ਚ ਆ ਜਾਂਦਾ ਹੈ। ਜੈਸੇ ਸੂਰਜ ਦਾ ਇਤਨਾ ਵੱਡਾ ਪ੍ਰਕਾਸ਼ ਕਦੀ ਕਦਾਈ ਕਾਲੀ ਬਦਲੀਆਂ ਕਰਕੇ ਅਲੋਪ ਹੋ ਜਾਂਦਾ ਹੈ, ਔਰ ਜਿਤਨਾ ਪ੍ਰਕਾਸ਼ ਸੂਰਯ ਦਾ ਪ੍ਰਿਥਵੀ 'ਤੇ ਪਹੁੰਚਣਾ ਚਾਹੀਦਾ ਸੀ ਨਹੀਂ ਪਹੁੰਚਦਾ। ਪੈਗੰਬਰਾਂ ਦਾ ਪ੍ਰਕਾਸ਼, ਅਵਤਾਰੀ ਪੁਰਸ਼ਾਂ ਦੀ ਰੋਸ਼ਨੀ ਜਿਤਨੀ ਮਨੁੱਖਾਂ ਦੇ ਹਿਰਦਿਆਂ ਤੱਕ ਪਹੁੰਚਣੀ ਚਾਹੀਦੀ ਹੈ ਨਹੀਂ ਪਹੁੰਚਦੀ। ਕਿਉਂ? ਸਮੇਂ ਦਾ ਧੁੰਦ, ਵਕਤ ਦਾ ਧੁੰਦ, ਵਕਤ ਦਾ ਗੁਬਾਰ ਉਸ ਮਹਾਨ ਚਾਨਣੇ ਦੇ ਆਲੇ ਦੁਆਲੇ ਛਾ ਜਾਂਦਾ ਹੈ। ਤੋ ਫਿਰ ਕੁਛ ਐਸੀਆਂ ਹਵਾਵਾਂ ਚੱਲਦੀਆਂ ਨੇ ਜੋ ਉਸ ਧੁੰਦ ਨੂੰ ਇੱਕ ਪਾਸੇ ਕਰਦੀਆਂ ਨੇ, ਅਤੇ ਫਿਰ ਪ੍ਰਕਾਸ਼ ਉਜਵਲ ਹੋ ਜਾਂਦਾ ਹੈ। ਇਸ ਦੇਸ਼ ਦੇ 'ਚ ਵੀ ਧਰਮ ਦੇ ਬੜੇ ਤਜਰਬੇ ਹੋਏ, ਕਦੀ ਸਨਾਤਨ ਮਤ, ਕਦੀ ਜੈਨ ਮਤ, ਕਦੀ ਬੌਧ ਮਤ, ਕਦੀ ਸਿੱਖ ਮਤ। ਇਹਨਾਂ ਦੇ ਅਵਤਾਰੀ ਪੁਰਸ਼ਾਂ ਨੇ ਬੜਾ ਵਿਆਪਕ ਚਾਨਣਾ ਜਗਤ ਨੂੰ ਦਿੱਤਾ, ਮਨੁੱਖਤਾ ਦੀ ਗੋਦ ਦੇ 'ਚ ਪਾਇਆ। ਲੇਕਿਨ ਵਕਤ ਦੀ ਧੁੰਦ, ਵਕਤ ਦਾ ਗੁਬਾਰ ਇਸ ਚਾਨਣੇ ਦੇ ਅੱਗੋਂ ਜਦ ਵੀ ਆਇਆ ਤਾਂ ਕੋਈ ਨਵੀਂ ਹਵਾ ਚੱਲੀ ਜਿਸ ਨੇ ਉਸ ਧੁੰਦ ਨੂੰ ਪਰੇ ਕੀਤਾ। ਇਸ ਦੇਸ਼ ਦੇ 'ਚ ਜਦ ਵੀ ਪ੍ਰਾਚੀਨ ਸਨਾਤਨ ਧਰਮ 'ਤੇ ਧੁੰਦ ਛਾਈ ਤਾਂ ਭਗਤਾਂ ਨੇ ਇਸ ਧੁੰਦ ਨੂੰ ਇੱਕ ਪਾਸੇ ਕੀਤਾ। ਸਵਾਮੀ ਰਾਮਾਨੰਦ, ਸਵਾਮੀ ਪਰਮਾਨੰਦ, ਭਗਤ ਜੈ ਦੇਵੀ, ਸ਼੍ਰੀ ਨਾਮਦੇਵ, ਤਿਰਲੋਚਨ, ਸਦਨਾ, ਸੈਨ ਇਤਿਆਦਿਕ ਨੇ ਇਸ ਧੁੰਦ ਨੂੰ ਆਪਣੇ ਬੋਲਾਂ ਦੇ ਰਾਹੀਂ, ਆਪਣੀ ਜੀਵਨ ਸ਼ੈਲੀ ਦੇ ਰਾਹੀਂ, ਆਪਣੀ ਤਪੱਸਿਆ ਦੇ ਰਾਹੀਂ, ਆਪਣੀ ਸਾਧਨਾ ਦੇ ਰਾਹੀਂ ਇੱਕ ਪਾਸੇ ਕੀਤਾ, ਔਰ ਨਵੇਂ ਸਿਰਿਓਂ ਮਨੁੱਖਤਾ ਦੀ ਰੁਚੀ ਪ੍ਰਕਾਸ਼ ਦੇ 'ਚ ਪੈਦਾ ਕੀਤੀ। ਪ੍ਰਕਾਸ਼ ਦਾ ਪਿਆਰ, ਪ੍ਰਕਾਸ਼ ਨਾਲ ਸੰਬੰਧ ਜੋੜਿਆ। ਇਸੇ ਤਰ੍ਹਾਂ ਹੀ ਮਹਾਨ ਪੈਗੰਬਰੀ ਪੁਰਸ਼ ਹਜ਼ਰਤ ਮੁਹੰਮਦ ਸਾਹਿਬ ਤੋਂ ਜੋ ਅਮਰ ਕਲਾਮ, ਖੁਦਾਈ ਕਲਾਮ ਨਾਜ਼ਲ ਹੋਈ, ਜਿਸ ਤੋਂ ਬਹੁਤੀ ਦੁਨੀਆ ਮੁਤਾਸਰ ਹੋਈ, ਸਮੇਂ ਦਾ ਪ੍ਰਭਾਵ ਤੇ ਹਰ ਇੱਕ 'ਤੇ ਪੈਂਦਾ ਹੈ। ਜਦ ਸਮੇਂ ਦੀ ਧੁੰਦ ਦੇ 'ਚ ਇਹ ਬੋਲ ਥੋੜ੍ਹੇ ਜਿਹਾ ਓਝਲ ਹੋਏ ਤਾਂ ਸੂਫੀ ਸੰਤਾਂ ਦੀ ਪਰੰਪਰਾ ਇਸਲਾਮ ਦੇ 'ਚ ਚਲੀ। ਬੜੇ ਬੜੇ ਮਹਾਨ ਸੂਫੀ ਸੰਤਾਂ ਨੇ ਇਸਲਾਮੀ ਦੁਨੀਆ ਨੂੰ ਨਵੇਂ ਸਿਰਿਓਂ ਚਾਨਣਾ ਦਿੱਤਾ ਅਤੇ ਮਨੁੱਖਤਾ ਦੀ ਝੋਲੀ ਦੇ 'ਚ ਨਵੇਂ ਸਿਰਿਓਂ ਨਵਾਂ ਪ੍ਰਕਾਸ਼ ਪਾਇਆ। ਇਹਨਾਂ ਦੇ 'ਚ ਮਨਸੂਰ, ਸਰਮਦ, ख्वाजा मुईनुद्दीन चिश्ती, हज़रत निज़ामुद्दीन, शमस तबरेज़, मौलाना रूम, जनाब हाफिज़ शेख सादी, इस सूफ़ी परंपरा दे ही संत ने
ਔਰ ਇਸੇ ਹੀ ਪਰੰਪਰਾ ਦੇ ਮਹਾਨ ਚਸ਼ਮੋ ਚਿਰਾਗ ਬਾਬਾ ਫਰੀਦ, ਜਿਨ੍ਹਾਂ ਦਾ ਅਮਰ ਕਲਾਮ, ਜਿਨ੍ਹਾਂ ਦੇ ਅੰਮ੍ਰਿਤਮਈ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਮੌਜੂਦ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਜਗਤ ਦੇ ਉਧਾਰਕ ਤਾਰਕ ਹਨ, ਇਸ ਕਲਾਮ ਨੂੰ ਸੰਭਾਲ ਕੇ ਰੱਖਦੇ ਨੇ ਜਗਤ ਦੀ ਭਲਾਈ ਲਈ, ਮਨੁੱਖਤਾ ਦੇ ਉਧਾਰ ਲਈ। ਸੂਫੀ ਪਰੰਪਰਾ ਦੇ ਬਾਬਾ ਫਰੀਦ ਅਨਮੋਲ ਹੀਰੇ ਨੇ। ਇਹਨਾਂ ਦੀ ਬਾਣੀ ਵਿੱਚ ਬੈਰਾਗ, ਤਿਆਗ, ਰੱਬੀ ਤੜਪ, ਈਸ਼ਵਰੀ ਖਿੱਚ ਡੁੱਲ ਡੁੱਲ ਕੇ ਪੈਂਦੀ ਹੈ। ਬਾਬਾ ਫਰੀਦ ਵੈਸੇ ਤੇ ਆਪ ਅਫਗਾਨੀ ਕੌਮ ਨਾਲ ਸੰਬੰਧਿਤ ਨੇ। ਅਫਗਾਨਿਸਤਾਨ ਆਪਣੀ ਹੋਂਦ ਤੋਂ ਸ਼ੁਰੂ ਤੋਂ ਹੀ ਖਾਨਾ ਜੰਗੀ ਦੀ ਲਪੇਟ ਵਿੱਚ ਰਿਹਾ ਹੈ। ਇਹ ਖਿੱਤਾ ਬਹੁਤ ਵੀਰ ਰਸ ਨਾਲ ਪੂਰਤ ਹੈ। ਬੜੇ ਅਣਖੀਲੇ ਲੋਕ ਨੇ ਔਰ ਅਣਖ ਦੀ ਖਾਤਰ ਜੀਵਦੇ ਨੇ, ਅਣਖ ਦੀ ਖਾਤਰ ਮਰ ਜਾਂਦੇ ਨੇ। ਬਾਬਾ ਫਰੀਦ ਦੇ ਸਮੇਂ ਗਾਲਬਨ 12ਵੀਂ ਸਦੀ ਈਸਵੀ ਦੇ ਵਿੱਚ ਕਾਬਲ ਦਾ ਬਾਦਸ਼ਾਹ ਫਰਖ ਸ਼ਾਹ ਸੀ। ਗਜ਼ਨੀ ਦੇ ਬਾਦਸ਼ਾਹ ਨਾਲ ਉਸ ਦਾ ਤਾਲਮੇਲ ਨਹੀਂ ਬੈਠ ਸਕਿਆ ਸੀ ਅਤੇ ਸਾਰਾ ਅਫਗਾਨਿਸਤਾਨ ਛੋਟੇ ਛੋਟੇ ਰਜਵਾੜਿਆਂ ਦੇ ਤਕਸੀਮ ਸੀ। ਅਕਸਰ ਖਾਨਾ ਜੰਗੀ ਰਹਿੰਦੀ ਸੀ। ਉਸੇ ਹੀ ਖਾਨਾ ਜੰਗੀ ਤੋਂ ਤੰਗ ਆ ਕੇ ਫਰਖ ਸ਼ਾਹ ਦੇ ਛੋਟੇ ਭਰਾ ਸ਼ੇਖ ਸਈਬ ਨੇ ਵਤਨ ਛੋੜ ਦਿੱਤਾ, ਅਫਗਾਨਿਸਤਾਨ ਨੂੰ ਤਿਆਗ ਦਿੱਤਾ, ਹਿੰਦੁਸਤਾਨ ਦੇ 'ਚ ਆ ਗਿਆ। ਪਹਿਲੇ ਆ ਕੇ ਕਸੂਰ ਵਸੇ ਔਰ ਫਿਰ ਜਾ ਕੇ ਮੁਲਤਾਨ ਦੇ ਕਸਬੇ ਪਾਕਪਟਨ ਦੇ 'ਚ ਪੱਕੇ ਤੌਰ 'ਤੇ ਰਿਹਾਇਸ਼ ਪਜ਼ੀਰ ਹੋ ਗਏ। ਆਪ ਦੇ 3 ਲੜਕੇ ਸਨ, ਜਿਨ੍ਹਾਂ ਦੇ 'ਚੋਂ ਵੱਡਾ ਲੜਕਾ ਸੀ ਜਮਾਲੁੱਦੀਨ। ਕਹਿੰਦੇ ਨੇ ਜਿਨ੍ਹਾਂ ਦਿਨਾਂ 'ਚ ਸ਼ੇਖ ਸਈਬ ਅਫਗਾਨਿਸਤਾਨ ਨੂੰ ਛੋੜ ਕੇ ਹਿੰਦੁਸਤਾਨ ਦੇ 'ਚ ਆਏ, ਉਹਨਾਂ ਦਿਨਾਂ 'ਚ ਹੀ ਮੌਲਵੀ ਕੁਤਬੁਦੀਨ, ਜੋ ਮੁਹੰਮਦ ਸ਼ਾਹ ਦੇ ਭਰਾ ਅਬਾਸ ਦੇ ਖਾਨਦਾਨ ਦੇ 'ਚੋਂ ਸੀ, ਹਜ਼ਰਤ ਅਬਾਸ ਦੇ ਖਾਨਦਾਨ ਦੇ 'ਚੋਂ ਵਜੀਦੁੱਦੀਨ, ਇਸ ਨੇ ਇੱਕ ਲੜਕੀ ਗੋਦ ਲਈ ਹੋਈ ਸੀ। ਇਹ ਲੜਕੀ ਮੁਹੰਮਦ ਸ਼ਾਹ ਅਬਦੁੱਲਾ ਦੀ ਸੀ ਔਰ ਇਹ ਹਜ਼ਰਤ ਅਲੀ ਦੇ ਖਾਨਦਾਨ ਨਾਲ ਸੰਬੰਧਿਤ ਸੀ। ਹਜ਼ਰਤ ਅਲੀ ਮੁਹੰਮਦ ਸਾਹਿਬ ਦੇ ਦਾਮਾਦ ਸਨ। ਇਸ ਲੜਕੀ ਦਾ ਨਾਂ ਸੀ ਮਰੀਮ। ਇਹ ਜਦ ਜਵਾਨ ਹੋਈ ਤੋ ਇਸ ਦੀ ਸ਼ਾਦੀ ਸ਼ੇਖ ਸਈਬ ਦੇ ਵੱਡੇ ਲੜਕੇ ਜਮਾਲੁੱਦੀਨ ਨਾਲ ਕਰ ਦਿੱਤੀ ਗਈ, ਜਿਸ ਦੀ ਕੁੱਖ ਤੋਂ ਗਾਲਬਨ 1127 ਦੇ 'ਚ 12ਵੀਂ ਸਦੀ ਦੇ 'ਚ ਰਮਜ਼ਾਨ ਦੇ ਮਹੀਨੇ ਦੇ 'ਚ ਫਰੀਦੁੱਦੀਨ ਭਾਵ ਬਾਬਾ ਫਰੀਦ ਜੀ ਦਾ ਜਨਮ ਹੋਇਆ। ਆਪ ਨੂੰ ਫਰੀਦ ਸਾਨੀ ਕਰਕੇ ਵੀ ਕਹਿੰਦੇ ਨੇ, ਸ਼ੇਖ ਬਾਬਾ ਫਰੀਦ ਗੰਜ ਸ਼ਕਰ ਕਰਕੇ ਵੀ ਕਹਿੰਦੇ ਨੇ। ਗੰਜ ਸ਼ਕਰ ਅੱਜ ਵੀ ਇਸੇ ਨਾਮ ਨਾਲ ਸਾਰੇ ਭਾਰਤ ਤੇ ਪਾਕਿਸਤਾਨ, ਬੰਗਲਾਦੇਸ਼ ਦੇ 'ਚ ਜਾਣੇ ਜਾਂਦੇ ਨੇ। ਗੰਜ ਸ਼ਕਰ, ਗੰਜ ਸ਼ਕਰ, ਸ਼ਕਰ ਦਾ ਖਜ਼ਾਨਾ, ਮਿਠਾਸ ਦਾ ਖਜ਼ਾਨਾ। ਕਹਿੰਦੇ ਨੇ ਕਿ ਆਪ ਦੇ ਮੁਖਾਰ ਬਿੰਦ ਤੋਂ ਜੋ ਬੋਲ ਨਿਕਲਦਾ ਸੀ, ਲੋਕਾਂ ਦੇ ਹਿਰਦੇ ਨੂੰ ਮਿਠਾਸ ਨਾਲ ਭਰ ਦਿੰਦਾ ਸੀ। ਇੱਕ ਇੱਕ ਬਚਨ ਮਾਨੋ ਸ਼ਹਿਦ, ਇੱਕ ਇੱਕ ਬੋਲ ਮਾਨੋ ਸ਼ਕਰ। ਕਰਾਮਾਤੀ ਕਹਾਣੀਆਂ ਵੀ ਬਹੁਤ ਜੁੜੀਆਂ ਨੇ।
पर इस नाल ही मन सहमत है कि एक एक बोल ਅੰਮ੍ਰਿਤਮਈ ਸੀ, ਮਿਠਾਸ ਨਾਲ ਭਰਿਆ ਹੋਇਆ ਸੀ। ਤਦੇ ਆਪ ਦਾ ਨਾਂ ਪੈ ਗਿਆ ਗੰਜੇ ਸ਼ਕਰ। ਭਾਈ ਸਾਹਿਬ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ ਬਾਰੇ ਇੱਕ ਬੜੀ ਸੋਹਣੀ ਤਸ਼ਬੀਹ ਦਿੱਤੀ ਹੈ। ਮਿਸਲੇ ਦਹਾਨੇ ਤੰਗ ਤੋਂ ਤੁੰਗੇ ਸ਼ਕਰ ਨਾ ਬਾਸ਼ਦ, ਈ ਮਿਸਲ ਰਾ ਕੇ ਗੁਫਤਮ ਜੀ ਖੂਬ ਤਰ ਨਾ ਬਾਸ਼ਦ। ਐ ਮੇਰੇ ਮੁਰਸ਼ਦ, ਤੁਹਾਡਾ ਇੱਕ ਬੋਲ ਇੱਕ ਬੋਰੀ ਖੰਡ ਵਰਗਾ ਹੈ। ਇਹ ਮਿਸਲ ਰਾਹ ਕੇ ਗੁਫਤਮ, ਇਹ ਜੋ ਮੈਂ ਮਿਸਾਲ ਦਿੱਤੀ ਹੈ ਇਹ ਖੂਬ ਨਹੀਂ ਹੈ, ਅੱਛੀ ਨਹੀਂ ਹੈ, ਚੰਗੀ ਨਹੀਂ ਹੈ। ਕਿਉਂ? ਇਹ ਮਿਸਲ ਰਾਹ ਕੇ ਗੁਫਤਮ ਜੀ ਖੂਬ ਤਰ ਨਾ ਬਾਸ਼ਦ, ਇਹ ਕੋਈ ਅੱਛੀ ਮਿਸਾਲ ਮੈਂ ਪੇਸ਼ ਨਹੀਂ की थी। क्यों? एक बोरी खंड 1000 मुखड़े मिठे करेगी और ये मिठास कुछ थोड़े क्षणों तक मुंह दे च रहेगी, और एक बोरी खंड दी खत्म हो गई, चली गई। पर ऐ मेरे मुर्शद, ऐ मेरे पातशाह धन गुरु गोबिंद सिंह, ਤੁਹਾਡਾ ਇੱਕ ਇੱਕ ਬੋਲ ਕਰੋੜਾਂ ਜ਼ਿੰਦਗੀਆਂ ਦੇ ਵਿੱਚ ਮਿਠਾਸ ਭਰਦਾ ਹੈ, ਔਰ ਬਚਨ ਆਪਣੀ ਥਾਂ ਤੇ ਅਮਰ ਰਹਿੰਦਾ ਹੈ, ਔਰ ਇਹ ਸਦੀ ਵੀ ਮਿਠਾਸ ਵੰਡਦਾ ਰਹਿੰਦਾ ਹੈ। ਇਸ ਵਾਸਤੇ ਇਹ ਮਿਸਲ ਰਾਹ ਕੇ ਗੁਫਤਮ ਜੀ ਖੂਬ ਤਰਨਾ ਬਾਸ਼ਦ, ਭਾਵੇਂ ਮਿਸਾਲ ਕੋਈ ਖਾਸ ਨਹੀਂ ਹੈ, ਲੇਕਿਨ ਮਜਬੂਰੀ ਦੇ ਵਿੱਚ ਇਹਨਾਂ ਹੀ ਪਦਾਰਥਾਂ ਦੀ, ਇਹਨਾਂ ਹੀ ਵਸਤੂਆਂ ਦੀ ਮਿਸਾਲ ਬੜੇ ਬੜੇ ਭਗਤਾਂ ਨੂੰ, ਸ਼ਰਧਾਲੂਆਂ ਨੂੰ ਦੇਣੀ ਪੈਂਦੀ ਹੈ। तो बाबा फरीद का एक एक बोल जो मिठास नाल भरिया होया सी, रस नाल भरिया होया सी, इनू शकर नाल तशबीह दे दी ते आप दा नाम पै गया बाबा फरीद शकरगंज, फरीद साने। इन्हां दे उंज ते बहुत सारे शब्द धन गुरु ग्रंथ साहब जी महाराज दे च ने, पर आप दी खास बाणी सलोकां दी बाणी है, ਜਿਹਨੂੰ ਸਲੋਕ ਸ੍ਰੀ ਫਰੀਦ ਜੀ ਕਰਕੇ ਕਹਿੰਦੇ ਨੇ। ਗਾਲਬਨ ਇਹ 131 ਸਲੋਕ ਨੇ, ਜਿਨ੍ਹਾਂ ਦੇ ਚੋਂ ਕੁਝ ਸਲੋਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਗੁਰੂ ਅਮਰਦਾਸ ਜੀ ਮਹਾਰਾਜ ਦੇ, ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਸਲੋਕ ਤੇ ਗੁਰੂ ਅਰਜਨ ਦੇਵ ਜੀ ਦੇ ਨੇ। ਬਾਕੀ ਸਾਰੇ ਸਲੋਕ ਬਾਬਾ ਫਰੀਦ ਜੀ ਦੇ ਨੇ। ਕਿਧਰੇ ਕਿਧਰੇ ਫਰੀਦ ਦੇ ਸਲੋਕਾਂ ਵਿੱਚ अर्थ करन लगिया कोई अर्थकार टपला ना खा जाए, तो चेतावनी वजों गुरु नानक देव जी ने, गुरु अमरदास जी ने, गुरु रामदास जी ने, गुरु अर्जन देव जी ने एक एक दो दो सलोक अपने दर्ज किए ने, ये दसन लई कि फरीद ऐ कुछ कह रहे ने, इसनों इस ढंग नाल समझना। ये सलोक इस तरह आरंभ होंदे ने। एक ओंकार सतगुरु प्रसाद, सलोक शेख फरीद के, जित दिहाड़े धनवरी सोए ले लिखाए, मलक जे कन्नी सुनीदा मुँह देखा ले आए, जिंद निमाणी कढ़िए हड्डां कू कड़काए, साए लिखे न चलनी जिंदू को समझाए, जिंद वहोटी मरण वर ले जासी परणाए, आपन हथी जोल कै कै गल लगे धाय, वालो निकी पुरसलात कन्नी ना सुनियाए, फरीदा किणी पवंदई खड़ा न आप मुहाए। मनुख दी इस देही बारे बाबा फरीद इंज ज्ञान दे रहे ने कि जिस तरह जन्म का दिन निश्चित है, बिल्कुल निश्चित है, मरण का दिन भी निश्चित ही है।
ਇਹ ਦਿਨ ਕਿਹੜਾ ਹੈ। ਇਸ ਦਾ ਬੋਧ ਭਾਵੇਂ ਮਨੁੱਖ ਨੂੰ ਨਾ ਹੋਵੇ, ਪਰ ਪ੍ਰਮਾਤਮਾ ਦੀ ਤਰਫੋਂ ਇਹ ਦੋਵੇਂ ਦਿਨ ਨਿਸ਼ਚਿਤ ਨੇ। ਅਕਸਰ ਜਿਸ ਦਿਨ ਮਨੁੱਖ ਦਾ ਜਨਮ ਹੋ ਜਾਂਦਾ ਹੈ, ਮਰਨ ਤੱਕ ਉਸੇ ਦਿਨ ਨੂੰ ਚੇਤੇ ਰੱਖਦਾ ਹੈ। ਜਦ ਕਿ ਜਨਮ ਹੋ ਗਿਆ ਤਾਂ ਹੁਣ ਜਨਮ ਦਿਨ ਨੂੰ ਭੁਲਾ, ਮਰਨ ਦਿਨ ਨੂੰ ਚੇਤੇ ਕਰ। ਜੋ ਹੋ ਗਿਆ ਸੋ ਹੋ ਗਿਆ, ਜੋ ਹੋਣ ਵਾਲਾ ਹੈ ਉਹਨੂੰ ਚੇਤੇ ਰੱਖ, ਉਹਨੂੰ ਯਾਦ ਰੱਖ। ਬਾਬਾ ਫਰੀਦ ਕਹਿੰਦੇ ਨੇ, ਜਿਤ ਦਿਹਾੜੇ ਧਨਵਰੀ ਸਾਹੇ ਲਹੇ ਲਿਖਾਏ। ਜਿਸ ਦਿਨ ਇਹ ਜੀਵ ਸਰੀਰ ਦੇ 'ਚ ਆਇਆ ਹੈ, ਉਸ ਦਿਨ ਦਾ ਹੀ ਇਸ ਦਾ ਮਰਨਾ ਲਿਖਿਆ ਗਿਆ ਹੈ, ਨਾਲ ਹੀ ਸੰਬੰਧਿਤ ਹੈ। ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ। ਉਹ ਮੌਤ ਦਾ ਫਰਿਸ਼ਤਾ ਜੋ ਅਕਸਰ ਕੰਨਾਂ ਨਾਲ ਸੁਣਦੇ ਹਾਂ, ਜਿਸ ਤਰ੍ਹਾਂ ਇਸਲਾਮ ਦੇ ਇਸ ਫਰਿਸ਼ਤੇ ਦਾ ਨਾਂ ਹੈ ਅਜਰਾਈਲ। ਸਾਡੇ 'ਚ ਕਹਿ ਦਿੰਦੇ ਨੇ ਜਮਦੂਤ। ਜਿਸ ਦਿਨ ਜਮਦੂਤ ਆਉਣਗੇ, ਜਮ ਆਉਣਗੇ, ਲੈ ਜਾਣਗੇ। ਇਸਲਾਮ ਦੇ 'ਚ ਕਹਿੰਦੇ ਨੇ ਜਦ ਅਜਰਾਈਲ ਫਰਿਸ਼ਤਾ ਆਵੇਗਾ, ਜਿਸ ਦਿਨ ਮੋਹ ਆ ਕੇ ਜੋ ਹੈ ਦਿਖਾਏਗਾ, तो फिर की होवेगा। जिंद ने माणी कढ़ीए हड्डां को कड़काए। जिमें रोंदी होई बच्ची जद डोली दे च पाई जाती है, उन्होंने पेके घरों कढ़िया जाता है तो सहुरे घर लई रुखसत किया जाता है। और रुदन करती हुई घरों निकलती है। इस तरह शरीर दे च जिंद पेके घर दे च है। आखिर एक ना एक दिन तो इसने जाना है, और एक ना एक दिन तो इस शरीर ने उस जिंद को रुखसत करना ही है। तो जद रुखसत किया जाता है, शरीर दे चों जद प्राण निकलते हैं, ये जिंद निकलती है, तो वाकई सारा शरीर का ढांचा इंज टुटता है जिमें विदा करन लगिया मां रोंदी है, पिता दुखत है, भरा उदास बैठे ने, भैणा मायूस ने। इस विदायगी दे समय खुशी नाल भरिया होया पेके घर दा आंगन दुख नाल भर जाता है, बिरहे नाल भर जाता है, विछोड़े दी अग नाल भर जाता है। और इस खुशी दे च भी सारियां दे नेत्र सज्जल हो जाते ने, अश्कबार हो जाते ने। हू बहु इसे तरीके नाल इस शरीर दे विचों जद जिंद निकलती है, जाती है, सारे शरीर को कुमला के रख देंदी है, तड़पा के रख देंदी है, मुरझा के रख देंदी है। जिंद ने माणी कढ़ीए हड्डां को कड़काए। हड्डियां नूं कड़का के, मांस नूं लिताड़ के जद ए जिंद काया दे चों निकलती है, साहे लिखे न चलनी जिंदों को समझ आए। ये जो मरण दिन लिखिया जा चुके है, जिंद नूं उस समय समझाया जाता है, तैनूं ते रुखसत होना पेगा, तैनूं ते जाना ही पेगा। इस शरीर दे च तेरा सदीवी वासा नहीं है। ऐ बच्ची, सदीवी वासा पेके घर दे च नहीं है। आखिर जाना ही पेगा, रुखसत होना ही पेगा। तो इस तरह जिंद नूं ये काया समझाती है। जिंद वहोटी मरण वर ले जासी परणाए। मौत दा फरिश्ता इस जिंद रूपी वोटी नूं परणा के, व्याह के आखिर एक दिन ले जाएगा। आपन हथी जोल के कै गल लगे धाए। ये शरीर अपनी हथी इस जिंद नूं टोर के सोची पे है, ये जिंद किस दे गल जा लगेगी, कित्थे पहुंचेगी, कित्थे इसका जो है वसेबा होवेगा। तो इसका दृश्य बाबा फरीद इन्हां बोलों के राही खिंचते ने। वालों निक्की पुरसलात कन्नी ना सुनिया है। तो कन्ना नाल हे जिंद सुनिया नहीं। अगों जिहड़ा पुल है, पुल सरात, सरात पुल इतना निक्का है। वालों निक्की आखिए,
जितना बारीक ਇਹ ਵਾਲ ਹੈ, ਕੇਸ ਹੈ, ਇਸ ਤੋਂ ਵੀ ਬਾਰੀਕ ਹੈ ਉਹ ਪੁੱਲ। ਇਸ ਨੂੰ ਭਗਤ ਕਬੀਰ ਇੰਜ ਕਹਿੰਦੇ ਨੇ, ਮੁਕਤ ਦੁਆਰਾ ਸੰਗ ਭਰਾ ਰਾਈ ਦਸੈਂ ਭਾਏ, ਮਨ ਤੋਂ ਮੈਗਲ ਹੋਏ ਰਿਹਾ ਨਿਕਸਿਆ ਕਿਉਂ ਕਰ ਜਾਏ। ਉਹ ਮੋਕਸ਼ ਦੁਆਰ, ਧਰਮ ਦੁਆਰ ਜਿੱਥੋਂ ਜਿੰਦ ਨੇ ਲੰਘਣਾ ਹੈ, ਉਹ ਤੇ ਰਾਈ ਦੇ ਦਾਣੇ ਦਾ 10ਵਾਂ ਹਿੱਸਾ ਹੈ। ਇਸਲਾਮ ਤੇ ਸੂਫੀ ਸੰਤ ਤੇ ਬਾਬਾ ਫਰੀਦ ਸਿਰਮੌਰ ਸੂਫੀ ਸੰਤ ਇੰਜ ਕਹਿ ਰਹੇ ਨੇ, ਉਹ ਜੋ ਪੁੱਲ ਸੁਰਾਤ ਹੈ, ਉਹ ਜੋ ਪੁੱਲ ਹੈ, ਉਹ ਤੇ ਵਾਲ ਤੋਂ ਵੀ ਨਿੱਕਾ ਆਖਿਆ ਜਾਂਦਾ ਹੈ, ਬਾਰੀਕ ਆਖਿਆ ਜਾਂਦਾ ਹੈ। ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆ ਏ, ਫਰੀਦਾ ਕਿਹੜੀ ਪਵੰਦਈ ਖੜਾ ਨਾ ਆਪ ਮੁਹਾਏ। ਤੇਰੇ ਕੰਨਾਂ ਵਿੱਚ ਸ਼ਬਦ ਨਹੀਂ ਪੈ ਰਹੇ ਮਹਾਂਪੁਰਸ਼ਾਂ ਦੇ, ਅਵਤਾਰੀ ਪੁਰਸ਼ਾਂ ਦੇ ਬੋਲ, ਪੈਗੰਬਰਾਂ ਦੇ ਕਲਾਮ, ਕਿਹੜੀ ਪਵੰਦਈ ਤੇਰੇ ਕੰਨਾਂ ਵਿੱਚ ਨਹੀਂ ਪੈ ਰਹੇ। ਸੁਣ ਇਸ ਨੂੰ। ਇਸ ਤਰ੍ਹਾਂ ਦਾ ਮਾਹੌਲ ਹੈ ਅੱਗੇ, ਇਸ ਤਰ੍ਹਾਂ ਦਾ ਜੋ ਹੈ ਰਸਤਾ ਹੈ, ਖੜਾ ਨਾ ਆਪ ਮੁਹਾਏ। ਆਪਣੇ ਆਪ ਨੂੰ ਇਸ ਤਰ੍ਹਾਂ ਨਾ ਲੁਟਾ, ਆਪਣੇ ਆਪ ਨੂੰ ਇਸ ਤਰ੍ਹਾਂ ਬਰਬਾਦ ਨਾ ਕਰ। ਸਮਾਂ ਬਹੁਤ ਕੀਮਤੀ, ਜ਼ਿੰਦਗੀ ਬਹੁਤ ਕੀਮਤੀ, ਔਰ ਐਸਾ ਸਾਜ਼ੋ ਸਮਾਨ ਬਣਾ, ਐਸਾ ਇੰਤਜ਼ਾਮ ਕਰ ਕਿ ਇਸ ਜਿੰਦ ਨੂੰ ਸਹੁਰੇ ਘਰ ਦੇ 'ਚ, ਪਰਮਾਤਮਾ ਦੇ ਘਰ ਦੇ 'ਚ, ਖੁਦਾ ਦੇ ਘਰ ਦੇ 'ਚ ਸਦੀਵੀ ਵਸੇਬਾ ਨਸੀਬ ਹੋਵੇ, ਔਰ ਇਸ ਦਾ ਆਉਣਾ ਜਾਵਣਾ ਖਤਮ ਹੋਵੇ। ਬਾਬੇ ਫਰੀਦ ਦਾ ਇਹ ਪਹਿਲਾ ਸ਼ਲੋਕ। ਫਰੀਦਾ ਦਰ ਦਰ ਵੇਸੀ ਗਾਖੜੀ, ਚੱਲਾ ਦੁਨੀਆ ਭਾਥੇ, ਬਨ ਉਠਾਈ ਪੋਟਲੀ, ਕਿੱਥੇ ਵੰਜਾਂ ਘਾਤੇ। ਮਹਾਂਪੁਰਸ਼ਾਂ 'ਚ ਇੱਕ ਮਹਾਨ ਖੂਬੀ ਆਉਂਦੀ ਹੈ ਕਿ ਨਿਰਮਾਣਤਾ, ਗਰੀਬੀ ਇਹਨਾਂ ਦੇ ਰੋਮ ਰੋਮ ਦੇ 'ਚ ਕੁੱਟ ਕੁੱਟ ਕੇ ਭਰੀ ਆਉਂਦੀ ਹੈ। ਕਹਿੰਦੇ ਹਾਂ ਤੇ ਦਰਵੇਸ਼, ਪਰ ਪ੍ਰਮਾਤਮਾ ਦੇ ਦਰ ਦੀ ਇਹ ਦਰਵੇਸ਼ੀ ਬਹੁਤ ਔਖੀ ਹੈ, ਬੜੀ ਗਖੜੀ ਹੈ। ਦਰਵੇਸ਼ ਦਾ ਮਤਲਬ ਹੀ ਹੈ ਜੋ ਖੁਦਾ ਦਾ ਦਰ ਮੱਲ ਕੇ ਬੈਠ ਜਾਏ, ਜੋ ਖੁਦਾ ਦਾ ਬੂਆ ਮੱਲ ਕੇ ਬੈਠ ਜਾਏ ਤੇ ਖੁਦਾ ਦੇ ਬੂਏ ਤੋਂ ਬਿਨਾਂ ਹੋਰ ਕਿਸੇ ਦੇ ਬੂਏ ਤੇ ਜਾਏ ਹੀ ਨਾ, ਉਸੇ ਨੂੰ ਹੀ ਅਰਬੀ ਫਾਰਸੀ 'ਚ ਕਹਿੰਦੇ ਨੇ ਦਰਵੇਸ਼। ਪਰ ਬਾਬਾ ਫਰੀਦ ਕਹਿੰਦੇ ਨੇ ਦਰਵੇਸ਼ੀ ਬੜੀ ਔਖੀ ਹੈ, ਬੜੀ ਬਿਖਮ ਹੈ। ਫਰੀਦਾ ਦਰ ਦਰਵੇਸ਼ੀ ਗਾਖੜੀ, ਚੱਲਾ ਦੁਨੀਆ ਭਾਥੇ। ਮੈਂ ਤੇ ਦੁਨੀਆਦਾਰਾਂ ਦੀ ਤਰ੍ਹਾਂ ਚੱਲ ਰਿਹਾ। ਬਾਣਾ ਦਰਵੇਸ਼ੀ ਦਾ ਹੈ, ਲੋਕ ਦਰਵੇਸ਼ ਕਹਿੰਦੇ ਨੇ, ਪਰ ਮੇਰੀ ਚਾਲ ਦੇ 'ਚ ਦਰਵੇਸ਼ੀ ਨਹੀਂ ਹੈ, ਮੇਰੇ ਬੋਲਾਂ ਦੇ 'ਚ ਦਰਵੇਸ਼ੀ ਨਹੀਂ। ਮੇਰੇ ਬੋਲਾਂ ਦੇ 'ਚ, ਮੇਰੇ ਚਾਲ ਦੇ 'ਚ, ਮੇਰੇ ਕਿਰਦਾਰ ਦੇ 'ਚ ਤੇ ਦੁਨੀਆ ਹੈ, ਸੰਸਾਰ ਹੈ। ਬਨ ਉਠਾਈ ਪੋਟਲੀ, ਕਿੱਥੇ ਵੰਜਾਂ ਘਾਤੇ। ਇਹ ਦਰਵੇਸ਼ੀ ਦੀ ਪੰਡ ਜੋ ਮੈਂ ਸਿਰ ਤੇ ਚੁੱਕੀ ਹੈ, ਇਹ ਕਿੱਥੇ ਰੱਖਦੇ ਹਾਂ? ਭਾਵ ਦੁਨੀਆ 'ਚ ਤੇ ਮੈਂ ਰੱਖ ਨਹੀਂ ਸਕਦਾ। ਖੁਦਾ ਦੇ ਬੂਏ ਤੇ ਇਸ ਪੰਡ ਨੂੰ ਪਹੁੰਚਾਵਾਂ, ਗਾਖੜਾ ਲੱਗਦਾ ਹੈ, ਔਖਾ ਲੱਗਦਾ ਹੈ, ਬਿਖਮ ਹੈ ਮਾਰਗ। ਕਿਉਂ ਕਿ ਮੇਰੀ ਚਾਲ ਦੇ 'ਚ ਦੁਨੀਆ ਹੈ, ਮੇਰੀ ਚਾਲ ਦੇ 'ਚ ਖੁਦਾਈ ਨਹੀਂ। ਮੇਰੀ ਚਾਲ ਦੇ ਸੰਸਾਰ ਹੈ, ਮੇਰੀ ਗਤੀ ਨਿਰੰਕਾਰ ਦੀ ਤਰਫ ਨਹੀਂ। ਇਸ ਤਰ੍ਹਾਂ ਦਾ ਹਾਲ ਆਪਣੇ ਮਨ ਦਾ ਬਾਬਾ ਫਰੀਦ ਜਗਤ ਦੇ ਸਾਹਮਣੇ ਔਰ ਜਗਤ ਦੇ ਮਾਲਿਕ ਖੁਦਾ ਦੇ ਸਾਹਮਣੇ ਰੱਖ ਰਹੇ ਨੇ। ਕਿਝ ਨਾ ਬੁਝੇ ਕਿਝ ਨਾ ਸੁਝੇ, ਦੁਨੀਆ ਗੁੱਜੀ ਭਾਏ। ਸਾਈਂ ਮੇਰੇ ਚੰਗਾ ਕੀਤਾ, ਨਾਈ ਤਾਂ ਹਮ ਵੀ ਦੱਜਾਂ ਆਏ। ਕੁਛ ਵੀ ਸਮਝ ਨਹੀਂ ਮਨੁੱਖਾਂ ਨੂੰ, ਇਸ ਦੁਨੀਆਦਾਰਾਂ ਨੂੰ, ਇਹਨਾਂ ਸੰਸਾਰੀ ਮਨੁੱਖਾਂ ਨੂੰ ਕੁਛ ਵੀ ਪਤਾ ਨਹੀਂ
ਗੁੱਜੀ ਭਾਹ ਦੇ 'ਚ ਜਲ ਰਹੇ ਨੇ, ਚਿੰਤਾ ਦੇ 'ਚ ਜਲ ਰਹੇ ਨੇ, ਤ੍ਰਿਸ਼ਨਾ 'ਚ ਜਲ ਰਹੇ ਨੇ, ਕ੍ਰੋਧ ਦੇ 'ਚ ਜਲ ਰਹੇ ਨੇ। ਸਾਈਂ ਮੇਰੇ ਚੰਗਾ ਕੀਤਾ, ਮੇਰੇ ਰੱਬ ਨੇ, ਮੇਰੇ ਖੁਦਾ ਨੇ ਮੇਰੇ ਲਈ ਚੰਗਾ ਕੀਤਾ, ਦਰਵੇਸ਼ ਬਣਾ ਦਿੱਤਾ, ਆਪਣੇ ਬੂਏ ਤੇ ਬਿਠਾ ਦਿੱਤਾ। ਨਹੀਂ ਤਾਂ ਹਮ ਵੀ ਦੱਜਾ ਆ ਹੈ, ਨਹੀਂ ਤੇ ਇਸ ਆਹ ਚਿੰਤਾ ਦੀ ਅੱਗ ਦੇ 'ਚ ਮੈਂ ਵੀ ਜਲ ਜਾਣਾ ਸੀ, ਮੈਂ ਵੀ ਸੜ ਜਾਣਾ ਸੀ। ਮੇਰਾ ਵੀ ਉਹੀ ਹਾਲ ਹੋਣਾ ਸੀ ਜੋ ਦੁਨੀਆ ਦਾ ਹਾਲ ਹੋ ਰਿਹਾ, ਗੁੱਜੀ ਭਾਹ ਦੇ 'ਚ ਛੁਪੀ ਹੋਈ ਅੱਗ ਦੇ 'ਚ ਜਲ ਰਹੀ ਹੈ। ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਭਲੇ ਬੁਕ ਭਰੀ। ਜੇ ਜਾਣਾ ਸੋ ਨਡੜਾ, ਥੋੜਾ ਮਾਣ ਕਰੀ। ਲਹਿੰਦੇ ਪੰਜਾਬ ਦੇ 'ਚ ਵਿਆਹ ਦੇ ਸਮੇਂ ਜਦ ਵਹੁਟੀ ਸਹੁਰੇ ਘਰ ਪਹੁੰਚਦੀ ਹੈ ਤਾਂ ਤਿਲਵੇਤਰੇ ਕੀਤੇ ਜਾਂਦੇ ਨੇ। ਤਿਲਵੇਤਰੇ ਇਹ ਨਵੀਂ ਵਿਆਹੀ ਘਰ ਦੇ 'ਚ ਪਰਚ ਜਾਏ, ਵਸ ਜਾਏ, ਸਾਰਿਆਂ ਨਾਲ ਸਾਂਝ ਬਣੇ ਤਾਂ ਤਿਲਵੇਤਰੇ ਕੀਤੇ ਜਾਂਦੇ ਨੇ। ਇੱਕ ਭਾਂਡੇ ਦੇ 'ਚ ਤਿਲ ਪਾ ਕੇ ਪਤੀ ਉਹ ਤਿਲ ਪਤਨੀ ਦੇ ਹੱਥਾਂ 'ਚ ਰੱਖਦਾ ਹੈ, ਪਤਨੀ ਫਿਰ ਪਤੀ ਦੇ ਹੱਥਾਂ 'ਚ ਰੱਖਦੀ ਹੈ। ਇਸ ਤਰ੍ਹਾਂ ਇੱਕ ਦੂਜੇ ਦੇ ਹੱਥਾਂ ਦੇ ਉੱਤੇ ਬਾਰ-ਬਾਰ ਤਿਲ ਰੱਖਣੇ, ਇਹਨੂੰ ਤਿਲਵੇਤਰੇ ਕਹਿੰਦੇ ਨੇ। ਲਾਹੌਰ ਤੋਂ ਪਰੇ ਤਮਾਮ ਲਹਿੰਦੇ ਪੰਜਾਬ ਦੇ 'ਚ ਇਹ ਰਸਮ ਵਿਆਹ ਦੇ ਸਮੇਂ ਬਕਾਇਦਾ ਪ੍ਰਚਲਿਤ ਸੀ ਔਰ ਪ੍ਰਚਲਿਤ ਹੈ। ਫਿਰ ਇਹ ਤਿਲਵੇਤਰੇ ਬਾਅਦ ਦੇ 'ਚ ਨਿਨਾਣਾ ਨਾਲ ਔਰ ਦਰਾਣੀਆਂ ਨਾਲ, ਜੇਠਾਣੀਆਂ ਨਾਲ, ਦੇਵਰ ਨਾਲ, ਜੇਠ ਨਾਲ, ਸਭ ਨਾਲ ਕਰਾਏ ਜਾਂਦੇ ਸਨ ਤਾਂ ਕਿ ਇਸ ਤਰ੍ਹਾਂ ਸਾਂਝ ਬਣੇ ਇਹ ਕੌਣ ਕੌਣ ਨੇ, ਘਰ ਦੇ ਕਿਹੜੇ ਕਿਹੜੇ ਫਰਦ ਨੇ, ਔਰ ਇਸ ਤਰ੍ਹਾਂ ਇਹ ਪਰਚ ਕੇ ਘਰ ਦਾ ਹਿੱਸਾ ਬਣ ਜਾਏ। ਪਹਿਲੀ ਸਾਂਝ ਇਹਨਾਂ ਤਿਲਵੇਤਰਿਆਂ ਨਾਲ ਜੋੜੀ ਜਾਂਦੀ ਸੀ। ਬਾਬਾ ਫਰੀਦ ਇੱਥੇ ਕਹਿੰਦੇ ਨੇ, ਜੇ ਜਾਣਾ ਤਿਲ ਥੋੜੜੇ, ਸੰਭਲ ਬੁੱਕ ਭਰੀ। ਜੇ ਤਿਲ ਹੀ ਥੋੜੇ ਸਨ ਤਾਂ ਸੰਭਲ ਕੇ ਬੁੱਕ ਭਰਨੀ ਸੀ। ਜੇ ਸਵਾਸ ਹੀ ਥੋੜੇ ਨੇ ਕੋਲ ਤੇ ਇਹਨਾਂ ਨੂੰ ਸੰਭਲ ਕੇ ਵਰਤਣਾ ਹੈ, ਸੰਭਲ ਕੇ ਦੇਣਾ ਹੈ, ਸੰਭਲ ਕੇ ਦੂਜੇ ਦੇ ਹੱਥ 'ਚ ਪਾਉਣਾ ਹੈ। ਇਹਨਾਂ ਸਵਾਸਾਂ ਦੇ ਨਾਲ ਸਾਂਝ ਜੁੜਦੀ ਹੈ ਜਗਤ ਦੇ 'ਚ, ਪਰ ਢੰਗ ਨਾਲ ਜੋੜਨੀ ਹੈ ਔਰ ਸਵਾਸਾਂ ਨੂੰ ਢੰਗ ਨਾਲ ਖਰਚ ਕਰਨਾ ਹੈ, ਕਿਉਂਕਿ ਇਹ ਤੇ ਥੋੜੇ ਨੇ, ਗਿਣਤੀ ਮਿਣਤੀ ਦੇ ਇਹ ਸਵਾਸ ਨੇ, ਬਹੁਤ ਜ਼ਿਆਦਾ ਨਹੀਂ। ਜੇ ਜਾਣਾ ਸੋ ਨੱਡੜਾ, ਥੋੜਾ ਮਾਣ ਕਰੀ। ਸੋ ਨੱਡੜਾ, ਜੇ ਮੈਂ ਇਸ ਗੱਲ ਨੂੰ ਜਾਣਿਆ ਹੁੰਦਾ ਕਿ ਖੁਦਾ ਵਾਸਤਵਿਕ ਬਾਲਾ ਪ੍ਰੀਤਮ ਹੈ, ਬਾਲਕ ਬੁੱਧ ਹੈ। ਬਾਲ ਜੈਸਾ, ਬੱਚੇ ਜੈਸਾ ਅਗਿਆਨ ਨਹੀਂ, ਬੱਚੇ ਜੈਸਾ ਸੁਭਾਅ। ਬੱਚੇ ਦਾ ਸੁਭਾਅ ਬੜਾ ਬੋਲਾ ਹੈ, ਬੱਚਾ ਅੰਦਰੋਂ ਬਾਹਰੋਂ ਇੱਕ ਹੈ। ਸ਼ਾਇਦ ਇਹੀ ਕਾਰਨ ਹੈ ਕਿ ਬੱਚਾ ਬਹੁਤ ਪਿਆਰਾ ਲੱਗਦਾ ਹੈ, ਬਹੁਤ ਪਿਆਰਾ ਲੱਗਦਾ ਹੈ। ਜਾਨੀ ਦੁਸ਼ਮਣ ਵੀ ਹੋਵੇ ਕੋਈ ਕਿਸੇ ਦਾ, ਤਾਂ ਵੀ ਬੱਚਾ ਤੇ ਉਸ ਨੂੰ ਪ੍ਰਭਾਵਿਤ ਕਰਦਾ ਹੈ। ਬੱਚੇ ਦੀ ਮਾਸੂਮੀਅਤ, ਬੱਚੇ ਦੀ ਪਵਿੱਤਰਤਾ, ਬੱਚੇ ਦਾ ਭੋਲਾਪਣ, ਬੱਚੇ ਦਾ ਅੰਦਰੋਂ ਬਾਹਰੋਂ ਇੱਕ ਹੋਣਾ ਹਰ ਇੱਕ ਨੂੰ ਜੋ ਹੈ ਪ੍ਰਭਾਵਿਤ ਕਰਦਾ ਹੈ। ਜੇ ਮੈਨੂੰ ਪਤਾ ਹੁੰਦਾ ਕਿ ਉਹ ਪ੍ਰਮਾਤਮਾ ਤੇ ਨੱਡੜਾ ਹੈ, ਬਾਲ ਬੁੱਧ ਹੈ, ਬਾਲਕ ਜੈਸਾ ਹੈ, ਤਾਂ ਮੈਂ ਜਵਾਨੀ ਦਾ, ਵੱਡਪਣੇ ਦਾ ਮਾਣ ਇਤਨਾ ਨਾ ਕਰਦੀ, ਮੈਂ ਇਸ ਹੰਕਾਰ ਦੇ 'ਚ ਨਾ ਰਹਿੰਦੀ। ਹੰਕਾਰ ਇੱਕ ਮਾਸੂਮ ਬੱਚੇ ਦੇ 'ਚ ਨਹੀਂ ਹੈ, ਪ੍ਰਮਾਤਮਾ ਦੇ 'ਚ ਨਹੀਂ ਹੈ। ਬੱਚੇ ਦੀ ਜਿਹੜੀ ਅਵਸਥਾ ਹੈ ਉਹੀ ਪ੍ਰਮਾਤਮਾ ਦੀ ਅਵਸਥਾ ਹੈ, ਔਰ ਸੰਤ ਦੀ ਜੋ ਅਵਸਥਾ ਹੈ, ਫਕੀਰ ਦੀ ਅਵਸਥਾ ਹੈ, ਉਹੀ ਬੱਚੇ ਜੈਸੀ ਹੈ। ਹਜ਼ਰਤ ਈਸਾ ਕਿਹਾ ਕਰਦੇ ਸਨ, ਮੇਰੇ ਖੁਦਾ ਦੇ ਰਾਜ ਦੇ 'ਚ ਬੱਚੇ ਹੀ ਪ੍ਰਵੇਸ਼ ਕਰ ਸਕਣਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪਾਇਓ ਬਾਲ ਬੁੱਧ ਸੁਖਰੇ। ਬੱਚੇ ਜੈਸਾ ਜਦ ਬੋਧ ਧਾਰਨ ਕੀਤਾ ਹੈ ਤਾਂ ਸੁਖ ਦੀ ਪ੍ਰਾਪਤੀ ਹੋ ਗਈ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਹੂ ਬਹੂ ਇਹੀ ਭਾਵ ਬਾਬਾ ਫਰੀਦ ਆਪਣੇ ਇਸ ਪਾਵਨ ਸ਼ਲੋਕ ਦੇ ਰਾਹੀਂ ਸਾਡੇ ਸਾਹਮਣੇ ਰੱਖ ਰਹੇ ਹਨ। ਜੇ ਜਾਣਾ
लड़ छिजणा पीढ़ी पाई गंड तैजे वड मैं नाए को सब जग डिठा हंड। ਲਾਵਾਂ ਦੇ ਸਮੇਂ ਫੇਰੇ ਦੇ ਸਮੇਂ ਕੁੜੀ ਤੇ ਮੁੰਡੇ ਦੇ ਪੱਲਿਆਂ 'ਚ ਗੰਢ ਪਾ ਦਿੱਤੀ ਜਾਂਦੀ ਹੈ। ਬਾਬਾ ਫਰੀਦ ਕਹਿੰਦੇ ਨੇ ਜੇ ਵਾਕਈ ਇਹ ਲੜ ਛਿਝ ਜਾਣਾ ਸੀ, ਮੇਰਾ ਸਿਮਰਨ ਭੁਲੇਖਿਆਂ ਦੇ 'ਚ ਪੈ ਜਾਣਾ ਸੀ, ਮੇਰੀ ਬੰਦਗੀ ਢਿੱਲੀ ਪੈ ਜਾਣੀ ਸੀ, ਮੇਰੀ ਇਬਾਦਤ ਕੁਝ ਕਮਜ਼ੋਰ ਹੋ ਜਾਣੀ ਸੀ, ਐਸਾ ਮਾਹੌਲ ਬਣਨਾ ਸੀ ਤਾਂ ਮੈਂ ਸ਼ੁਰੂ ਤੋਂ ਹੀ ਪੀੜੀਪਣ ਪੱਕੀ ਗੰਢ ਪਾਉਂਦੀ ਤਾਂ ਕਿ ਲੜ ਮੇਰਾ ਨਾ ਛਿਜਦਾ ਨਾ ਟੁੱਟਦਾ। ਕਿਉਂਕਿ ਮੈਂ ਸਾਰਾ ਜਗ ਹੰਡਾ ਕੇ ਵੇਖ ਲਿਆ, ਐ ਖੁਦਾ ਤੇਰੇ ਜੈਸਾ ਕੋਈ ਵੀ ਨਹੀਂ, ਤੇਰੇ ਜੈਸਾ ਕੋਈ ਵੀ ਨਹੀਂ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨ ਲੇਖ ਆਪਨੜੇ ਗਿਰਵਾਨ में सिर नीवा कर देख। बड़ा सुंदर उपदेश बाबा फरीद जगत नूं दे रहे ने। जे तू बारीक अकल दा मालक है, जे तू अकल लतीफ, जे तू सूझ समझ दा मालक है तो अपने हिरदे दे उत्ते काले लिख ना लेख। ये काली लेखनी ना लिख। काली लेखनी लिखनी की है? दूजियां दियां भुल्लां वेखणियां, दूजियां दे गुनाह वेखणे, दूजियां दे औगण वेखणे। दूजियां दे औगण वेखण लई दूजे 'च बहुत गहरी झात मारनी पएगी। प्रकृति ने एक नियम बना रखा है, उपरों उपरों वेखो। जैसे उपर उपर बंदे नूं वेखीए तो सोहणी खलड़ी है, खलड़ी दे उत्ते सोहणे जिहां कपड़े पाए हुए ने, ठीक है। पर हुण कोई गहरा वेखे, खलड़ी दे थल्ले वेखे तो मांस है, होर गहरा वेखे मिंज है, खून है, हड्डियां है, दुर्गंध है। तो जैसे किसी दे तन नूं असीं उपर उपर ही वेखदे हां, उसदे कपड़े वेख लैंदे हां, उहदी वेशभूषा वेख लैंदे हां, उहदी खलड़ी वेख लैंदे हां, गोरी है, काली है, सांवरी है, लाल है, जरदी माइल है। इसे तरह किसी दे मन दे विच, किसी दी जिंदगी दे विच बहुत गहरी झात नहीं मारनी चाहिए, उपरों ही उपरों वेखना चाहिए। क्योंकि गहरे दे विच गए तो हर मनुख दे विच कुछ ना कुछ ते औगण हैं, हर मनुख दियां कुछ ना कुछ भुल्लां ते हैं, हर मनुख दियां कुछ ना कुछ गलतियां ते हैं। तो गलतियां देखदियां, भुल्लां देखदियां वो मनुख नज़रां तो गिरेगा, उसकी निंदा चल पेगी। एक मनुख नज़रां तो गिरिया, एक उसकी निंदा करन दा पाप कमाया, और इस तरह हर एक दे औगण देखदियां देखदियां देखण करके एक दिन वो सारे दे सारे औगण अपने विच भी प्रवेश कर जाते हैं। इस वास्ते बाबा फरीद कहते ने दूजियां दे गहरी झात मार के ना वेख, अपने गिरवान में सिर नीवा कर देख। जे देखना है तो अपने गरीबान दे झात मार के वेख। गहरे तल दे जे देखना चाहना है तो फिर अपने च वेख। जैसे तेनों अपने शरीर दे दुर्गंध, मांस, मिंज दिखाई देगी, इस तरह अपनी जिंदगी जद गहरी झात मारेगा तो तेनों औगण दिखाई देणगे, कमजोरियां दिखाई देणगियां, तेरा हंकार चिकना चूर हो जाएगा, और हो सकता है तू उन्हां औगणां नूं मिटाण दे च लग जाए। और जगत दे जद उपरों उपरों वेखेगा तो दूसरियां दे गुण दिखाई देणगे, तो इस तरह तेरी गुणां नाल सांझ बनेगी, तो दूजियां दी तू निंदा करन तो भी बच जाएगा। और अपने दे जद तू गहरी झात मारेगा तो तेनों औगण दिखाई देणगे, तो तेरा हंकार चिकना चूर हो जाएगा, और अपने औगणां नूं दूर करन लई तू ईश्वर दे गुणां नाल संबंध भी जो है जोड़ सकदा है। इस वास्ते बाबा फरीद कहंदे ने ये काले लिख, अपने हिरदे दी तख्ती ते ना लिख, भाव दूसरियां दे औगण ना वेख।
फरीदा जै तै मारन मुकियां, फरीदा जो तै मारन मुकियां, तिना न मारे घुम, आपनड़े घर जाइए, पैर तिना दे चुम। जो तैनू खिच के मुक्का मारन, तेरे नाल वधीकी करन, पलट के तो उन्हां नाल वधीकी ना कर। तू उन्हां दे पैर चुम ले। जो तेरे सिर दी बेइज्जती करन, तू उन्हां दे कदमां दी खाक बन जा। तू उन्हां दे पैर चुम। इस तरीके दे नाल मनुख अपने घर दे च वसेबा कर लैंदा है। भाव अपनी आत्मा दे च, अपनी रूह दे च उसदा मन टिक जांदा है और नूं सुकून नसीब आउंदा है, शांति नसीब आउंदा है। बदले दी भावना नाल ते अंदर जलन ही रहिंदी है। बदले दी भावना नाल ते हर वक्त अंदर कुड़तन ही रहिंदी है। बदले दी भावना नाल सिवाए ढैंदी कला तो और कुछ भी नहीं। बदला एक ऐसा बोझ है जो अध्यात्मक उन्नति होने ही नहीं देंदा। बाबा फरीद सावधान कर रहे ने, सुचेत कर रहे ने। फरीदा जा तो खट्टण वेल, ता तू रत्ता दुनी स्यों, मर्ग सवाई नी, जा भरिया तां लद्या। खट्टण दा समां सी, नाम बिहाजण दा समां सी, बंदगी करन दा समां सी। जो जवानी दी खास रुत, जवानी दा खास समां, शरीर दे च बल सी, शरीर दी शक्ति सी, शरीर दे च उछाल सी, शरीर दे च उत्साह सी, उमंग सी, तरंग सी। इस सारी शक्ति, इस सारी उमंग, इस सारी तरंग तू दुनियादारी दे च खर्च कर दित्ती। तू विषय विकारां च खर्च कर दित्ती। अपनी शक्ति दा सही इस्तेमाल नहीं कीता। अपने उछाल, अपनी उमंग, अपने तरंगां दी सही वरतों नहीं कीती। मर्ग सवाई नहीं, जां भरिया तां लद्या। आखिर एक दिन मौत ने आ जाना है और वाकई जद श्वास पूरे हो गए, भर गए, तो फिर तैनू अगे जाना पेगा। तेरा वासा फिर कबर दे च ही है। जीवन कबर दे च पहुँचे, शरीर कबर दे च पहुँचे, उस तो पहले रूह खुदा तक पहुँचनी चाहिए। ऐसा बाबा फरीद उपदेश कर रहे ने, संदेश दे रहे ने। देख फरीदा जो थिया, दाड़ी होई भूर, अगों नेड़ा आया, पिछारिया दूर। पिछे की है जन्म, अगे की है मौत। देखते सही तेरा दाड़ा चिट्टा हो गया है, वाल चिट्टे हो गए ने, बुढ़ेपा उतर आया है, मौत नेड़े आई है। पिछा जन्म तो बहुत दूर रह गया, बहुत दूर रह गया। एक बच्चा जन्मदिन मनावे, ठीक है, माफ़ किया जा सकता है। एक जवान जन्मदिन मनावे, थोड़ा जिहा सोचा जा सकता है ये जवान भुल कर रहा है। पर एक बुढ़ा भी जन्मदिन मनावे तो एक कोई महामूड, बहुत ही अचेत मनुख ऐसा जो है कर सकता है, क्योंकि अग्गा बहुत नेड़े आया है। मौत तो बिल्कुल नेड़े आई। जन्म होया 70-80 साल हो गए, मरण दिन तो बिल्कुल नेड़े आ गया, 100 दिन आया नेड़े। तो बाबा फरीद कहते जिहड़ा दिन नेड़े आया है उन्होंने चेते कर। जो लंघ गया दिन और बहुत मुद्दत हो गई है, भुला, जन्म नो भुला, मौत नु चेते कर। और ये हकीकत है, एक सच्चाई है। काल चिंतन ही अकाल दा चिंतन बन जाते। अपने अंत दा चिंतन ही प्रभु बेअंत दा चिंतन बन जाता है। बाबा फरीद अपने पावन सलोक दे राहीं ये उपदेश दे रहे हैं। देख फरीदा जे थिया,
शक्कर होई विस साईं बाझों अपने वेदन कहिए किसे। कल तक जो मिठा सी, कल तक जो शक्कर सी, कल तक ਜਿਹੜੇ ਪਦਾਰਥ ਮਿੱਠੇ ਲੱਗਦੇ ਸਨ, कल तक जो ਇਹ ਸੰਸਾਰ ਸੋਹਣਾ ਲੱਗਦਾ ਸੀ, ਅੱਜ ਬੁਢੇਪੇ ਕਰਕੇ ਤੇ ਵਿਸ ਬਣ ਗਏ ਨੇ। ਮਿਠਾਸ ਹੀ ਜ਼ਹਿਰ ਬਣ ਗਈ ਹੈ, ਮਿਠਾਸ ਹੀ ਕੁੜੱਤਨ ਬਣ ਗਈ ਹੈ, ਸੁਪਨ ਹੀ ਕਰੂਪਤਾ ਬਣ ਗਿਆ ਹੈ। ਸਰੀਰ ਨਿਰਬਲ ਹੋ ਗਿਆ, ਕਮਜ਼ੋਰ ਹੋ ਗਿਆ। ਭਾਵੇਂ ਸਭ ਕੁਛ ਉਹੀ ਕੁਛ ਹੈ, ਪਰ ਸਭ ਕੁਛ ਭੋਗਣ ਦੇ ਸਮਰੱਥ ਹੁਣ ਸਰੀਰ ਨਹੀਂ ਰਿਹਾ। ਵਾਸ਼ਨਾ ਉਹੀ ਕੁਛ ਹੈ, ਪਰ ਵਾਸ਼ਨਾ ਦੀ ਪੂਰਤੀ ਹੋ ਸਕੇ ਸਰੀਰ ਦੇ 'ਚ ਬਲ ਨਹੀਂ, ਤਾਂ ਬਲ ਨਾ ਹੋਣ ਕਰਕੇ ਸਾਰੀ ਮਿਠਾਸ ਜ਼ਹਿਰ ਬਣ ਕੇ ਰਹਿ ਗਈ ਹੈ। ਇਹ ਜਿਹੜੀ ਵੇਦਨਾ ਹੈ, ਇਹ ਜਿਹੜੀ ਪੀੜਾ ਹੈ, ਪਰਮਾਤਮਾ ਤੋਂ ਬਿਨਾਂ, ਖੁਦਾ ਤੋਂ ਬਿਨਾਂ ਔਰ ਕਿਸ ਨੂੰ ਆਖੀਏ ਔਰ ਕਿਸ ਦੇ ਅੱਗੋਂ ਰੱਖੀਏ। ਫਰੀਦਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਇਆ ਹੋਰ ਕਰੇਂਦੀ ਵੰਨ। ਦੇਖ ਦੇਖ ਕੇ ਅੱਖਾਂ ਪਤਿਆਈਆਂ ਨਹੀਂ, ਰਜੀਆਂ ਨਹੀਂ, ਨਜ਼ਰਾਂ ਕਮਜ਼ੋਰ ਹੋ ਗਈਆਂ। ਸੁਣ ਸੁਣ ਕੇ ਕੰਨ ਤ੍ਰਿਪਤ ਨਹੀਂ ਹੋਏ, ਕੰਨ ਬਹਿਰੇ ਹੋ ਗਏ। ਸਾਖ ਪਕੰਦੀ ਆਇਆ, ਮੌਸਮੇ ਬਹਾਰ, ਮੌਸਮੇ ਖਿਜ਼ਾਂ ਦੇ 'ਚ ਤਬਦੀਲ ਹੋ ਰਿਹਾ ਹੈ। ਪਤਝੜ ਦੀ ਰੁੱਤ ਆ ਗਈ ਹੈ। ਜੈਸੇ ਮਹਾਰਾਜ ਦੀ ਬਾਣੀ ਇੰਝ ਫਰਮਾਨ ਕਰਦੀ ਹੈ, ਰੁੱਤ ਫਿਰੀ ਵਣ ਕੰਬਿਆ, ਪਤ ਝੜੇ ਝੜ ਪਾਏ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕੇ ਦਾਉ ਨਾ ਹੈ। ਫਰੀਦਾ ਐਸਾ ਵੀ ਫਰਮਾਨ ਕਰਦੇ ਨੇ। ਕਬੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਵੀ ਮੌਜੂਦ ਨੇ। ਪੱਤਰ ਭੁਰਜੇਣ ਜੜੀਆਂ ਨੇ ਜੜੀਆਂ ਪੇਟ ਸੰਪਦਾ, ਪਤਝੜ ਦੀ ਰੁੱਤ ਦੇ 'ਚ ਪੱਤੇ ਝੜ ਜਾਂਦੇ ਨੇ ਔਰ ਤਮਾਮ ਬਹਾਰ, ਉਤਸ਼ਾਹ, ਕੁਲਾਹਲ ਉਦਾਸੀ ਦੇ 'ਚ ਬਦਲ ਜਾਂਦਾ ਹੈ। ਉਦਾਸੀਨਤਾ ਦਾ ਰੂਪ ਪਤਝੜ ਦੀ ਰੁੱਤ ਦੇ ਚਾਰੋਂ ਪਾਸੇ ਹੁੰਦਾ ਹੈ। ਤਾਂ ਬਾਬਾ ਫਰੀਦ ਕਹਿੰਦੇ ਸ਼ਾਖਾਂ ਤੇ ਪੱਕਣ ਨੂੰ ਆ ਗਈਆਂ ਨੇ, ਮੌਸਮੇ ਖਿਜ਼ਾਂ ਆ ਗਿਆ। ਸੁਣ ਸੁਣ ਕੇ ਕੰਨ ਬਹਿਰੇ ਹੋ ਗਏ ਨੇ, ਵੇਖ ਵੇਖ ਕੇ ਅੱਖਾਂ ਰਜੀਆਂ ਤੇ ਨਹੀਂ, ਪਰ ਅੱਖਾਂ ਨਜ਼ਰਾਂ ਗਵਾ ਬੈਠੀਆਂ ਨੇ। ਹੋਰ ਦਾ ਹੋਰ ਸਰੀਰ ਰੂਪ ਧਾਰਨ ਕਰੀ ਜਾਂਦਾ ਹੈ, ਨਿਰਬਲ ਹੋਈ ਜਾਂਦਾ ਹੈ। ਇਹ ਸਾਰੀ ਚੇਤਾਵਨੀ ਬਾਬਾ ਫਰੀਦ ਸਰੀਰ ਬਾਰੇ ਕਰਾ ਰਹੇ ਨੇ, ਤਾਂ ਕਿ ਮਨੁੱਖ ਸੁਚੇਤ ਹੋ ਕੇ ਆਪਣੇ ਸਰੀਰ ਦੀ ਵਰਤੋਂ, ਸਮੇਂ ਦੀ ਵਰਤੋਂ, ਜੀਵਨ ਸ਼ਕਤੀ ਦੀ ਵਰਤੋਂ ਸਹੀ ਕਰ ਸਕੇ। ਫਰੀਦਾ ਕਾਲੀ ਜਿਨੀ ਨ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਕਾਲੀ, ਦਾੜਾ ਕਾਲਾ ਸੀ, ਕੇਸ ਕਾਲੇ ਸਨ, ਜਵਾਨੀ ਸੀ। ਉਦੋਂ ਖੁਦਾ ਦਾ ਰਮਣ ਕੀਤਾ ਨਹੀਂ, ਚਿੰਤਨ ਕੀਤਾ ਨਹੀਂ, ਬੰਦਗੀ ਕੀਤੀ ਨਹੀਂ। ਧੌਲੀ ਰਾਵੇ ਕੋਏ, ਬੁਢੇਪੇ 'ਚ ਕਿਸਨੇ ਰਮਣ ਕਰਨਾ ਹੈ। ਭਾਵ ਹੁਣ ਤੇ ਨਮਾਜ਼ ਪੜ੍ਹਨ ਦੀ ਸੱਤਿਆ ਨਹੀਂ ਰਹੀ, ਤਲਾਵਤ ਕਰਨ ਦੀ ਤਾਕਤ ਨਹੀਂ ਰਹੀ, ਰੋਜ਼ੇ ਰੱਖਣ ਦੀ ਸਮਰੱਥਾ ਨਹੀਂ ਰਹੀ, ਹਜ ਕਰਨ ਦੀ ਸ਼ਕਤੀ ਨਹੀਂ ਰਹੀ। ਇਸ ਬੁਢੇਪੇ ਦੇ 'ਚ ਧੌਲੀ ਰਾਵੇ ਕੋਏ, ਕਿਸਨੇ ਇਸ ਬੁਢੇਪੇ ਦੇ 'ਚ ਬੰਦਗੀ ਕਰਨੀ ਹੈ। ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਇਸ ਜਵਾਨੀ ਦੀ ਰੁੱਤ ਦੇ 'ਚ ਉਸ ਖੁਦਾ ਨਾਲ ਪਿਆਰ ਦੀ ਪੀਂਗ ਪਾ, ਨਵੇਂ ਤੋਂ ਨਵਾਂ ਰੰਗ ਤੈਨੂੰ ਚੜ੍ਹੇਗਾ, ਨਿਤ ਨਵਾਂ ਰੰਗ। ਰੰਗ ਨਵੇਲਾ ਹੋਏ, ਉਹ ਰੰਗ ਕਦੀ ਪੁਰਾਣਾ ਨਹੀਂ ਹੋਵੇਗਾ, ਉਹ ਰਸ ਕਦੀ ਪੁਰਾਣਾ ਨਹੀਂ ਹੋਵੇਗਾ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਨਿਤ ਨਵੀਆਂ ਖੁਸ਼ੀਆਂ,
ਨਿਤ ਨਵੇਂ ਰੰਗ, ਨਿਤ ਨਵਾਂ ਰਸ, ਨਿਤ ਨਵਾਂ ਸੁਹੱਪਣ ਤੇਰੀ ਜ਼ਿੰਦਗੀ 'ਚ ਪੈਦਾ ਹੋਵੇਗਾ। ਹੇ ਮਨੁੱਖ, ਤੂੰ ਉਸ ਸਾਈਂ ਦੇ ਨਾਲ ਪਿਆਰ ਪਾ ਜਵਾਨੀ ਦੀ ਰੁੱਤ ਹੈ। ਅਗਲਾ ਸ਼ਲੋਕ ਤੀਜੇ ਗੁਰੂ ਨਾਨਕ ਬਿਰਧ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ। ਬਾਬਾ ਫਰੀਦ ਬਿਲਕੁਲ ਠੀਕ ਕਹਿ ਰਹੇ ਨੇ, ਬਿਲਕੁਲ ਠੀਕ ਕਹਿ ਰਹੇ ਨੇ, ਪਰ ਇਸ ਸ਼ਲੋਕ ਤੋਂ ਕਿਧਰੇ ਬੁੱਢਿਆਂ ਲਈ ਮਾਯੂਸੀ ਨਾ ਪੈਦਾ ਹੋ ਜਾਏ, ਨਿਰਾਸ਼ਾ ਨਾ ਪੈਦਾ ਹੋ ਜਾਏ। ਔਰ ਵੈਸੇ ਬਾਬਾ ਫਰੀਦ ਵੀ ਨਿਰਾਸ਼ ਨਹੀਂ ਕਰ ਰਹੇ, ਉਹ ਵੀ ਬਿਰਧ ਅਵਸਥਾ ਤੱਕ ਬੰਦਗੀ ਕਰਦੇ ਰਹੇ। ਲੇਕਿਨ ਅਰਥਕਾਰ ਪੜ੍ਹਨ ਵਾਲਾ ਭੁਲੇਖਾ ਖਾ ਸਕਦਾ ਹੈ। ਇਹ ਭੁਲੇਖਾ ਨਾ ਪੈਦਾ ਹੋਵੇ ਤਾਂ ਸੁਚੇਤ ਕਰਦੇ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਮੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨ ਲੱਗਈ, ਜੇ ਲੋਚੇ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤੈਂ ਦੇ। ਐ ਫਰੀਦ, ਚਾਹੇ ਜਵਾਨੀ ਵਿੱਚ ਚਾਹੇ ਬੁਢੇਪੇ 'ਚ, ਜੇ ਕੋਈ ਸਦੀਵੀ ਉਸ ਪਰਿਪੂਰਨ ਪਰਮਾਤਮਾ ਦਾ ਚਿੰਤਨ ਕਰ ਸਕੇ, ਉਸ ਨੂੰ ਚੇਤੇ ਕਰ ਸਕੇ, ਤਾਂ ਜਵਾਨੀ ਵੀ ਸਫਲ ਹੋ ਸਕਦੀ ਹੈ, ਬੁਢੇਪਾ ਵੀ ਸਫਲ ਹੋ ਸਕਦਾ ਹੈ। ਇਹ ਜੋ ਪ੍ਰੇਮ ਦਾ ਪਿਆਲਾ ਹੈ, ਇਹ ਜੋ ਬੰਦਗੀ ਦਾ ਜਾਮ ਹੈ, ਇਹ ਜੋ ਪ੍ਰੇਮ ਦੀ ਲਪਕ ਹੈ, ਲਟਕ ਹੈ, ਆਪਣਿਆਂ ਲਾਇਆ ਨਹੀਂ ਲੱਗਦੀ, ਆਪਣੀ ਉਦਮ ਦੀ ਸਫਲਤਾ ਨਾਲ ਪ੍ਰਾਪਤ ਨਹੀਂ ਆਉਂਦੀ। ਇਹ ਤੇ ਭਾਵੇਂ ਹਰ ਇੱਕ ਤੜਪੇ ਤੇ ਹਰ ਇੱਕ ਲੋਚੇ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤੈਂ ਦੇ। ਇਹ ਪਿਆਲਾ ਤੇ ਖਸਮ ਦਾ ਹੈ, ਖੁਦਾ ਦਾ ਹੈ, ਉਸ ਦੇ ਹੱਥੋਂ ਹੈ ਹੀ ਜਿਸ ਨੂੰ ਪ੍ਰਾਪਤ ਹੋ ਜਾਏ ਹੋ ਜਾਏ। ਇਹ ਪਿਆਲਾ ਮਨੁੱਖ ਦੇ ਹੱਥ 'ਚ ਨਹੀਂ। ਮਨੁੱਖ ਇਸ ਪਿਆਲੇ ਦੀ ਮੰਗ ਕਰ ਸਕਦਾ ਹੈ, ਮਨੁੱਖ ਇਸ ਪਿਆਲੇ ਦੀ ਤੜਪ ਕਰ ਸਕਦਾ ਹੈ, ਚਾਹੇ ਜਵਾਨੀ 'ਚ ਕਰੇ ਚਾਹੇ ਬੁਢੇਪੇ 'ਚ ਕਰੇ। ਔਰ ਇਹ ਫਿਰ ਖੁਦਾ ਦੀ ਮਰਜ਼ੀ ਹੈ, ਇਹ ਪਿਆਲਾ ਉਸਨੇ ਕਿਸ ਨੂੰ ਦੇਣਾ ਹੈ, ਕਿਸ ਦੇ ਮੂੰਹ ਨੂੰ ਇਹ ਜਾਮ ਲੱਗਣਾ ਹੈ। ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿਠੇ, ਕੱਜਰ ਰੇਖ ਨਾ ਸਹਿੰਦੀਆਂ, ਸੇ ਪੰਖੀ ਸੂਏ ਬਹਿਠ। ਇੱਕ ਵੇਸਵਾ ਜਿਸ ਤੇ ਸਾਰਾ ਮੁਲਤਾਨ ਸ਼ਹਿਰ ਮੋਹਿਤ ਸੀ, ਜਿਸ ਦੀ ਇੱਕ ਝਲਕ ਪਾਉਣ ਲਈ ਬੜੇ ਬੜੇ ਨਵਾਬ, ਸ਼ਾਹਜ਼ਾਦੇ, ਅਮੀਰ ਉਲਮਾ ਤਰਸਦੇ ਸਨ। ਇੱਕ ਦਿਨ ਕਿਧਰੇ ਉਸ ਦੀ ਗੋਲੀ ਨੇ ਕੱਜਰ ਬਾਰੀਕ ਨਹੀਂ ਸੀ ਪੀਸਿਆ, ਔਰ ਜੈਸੇ ਇਸ ਕੱਜਰ ਨੂੰ ਉਸ ਵੇਸਵਾ ਨੇ ਆਪਣੀ ਅੱਖੀ ਪਾਇਆ ਤਾਂ ਅੱਖਾਂ ਵਿੱਚ ਰੜਕ ਪੈਦਾ ਹੋਈ। ਗੋਲੀ ਨੂੰ ਡਾਂਟਿਆ, ਗੋਲੀ ਨੂੰ 2-4 ਥੱਪੜ ਵੀ ਮਾਰੇ, ਗੋਲੀ ਰੋ ਪਈ। ਰੋਣਾ ਭਲਾ ਫਕੀਰਾਂ ਨੂੰ ਕਿੱਥੇ ਭਾਉਂਦਾ ਹੈ, ਦੂਸਰੇ ਦਾ ਰੋਣਾ ਫਕੀਰਾਂ ਨੂੰ ਵੀ ਰੁਲਾ ਕੇ ਰੱਖ ਦਿੰਦਾ ਹੈ, ਤੜਪਾ ਕੇ ਰੱਖ ਦਿੰਦਾ ਹੈ। ਕਹਿੰਦੇ ਨੇ ਇਹ ਗਾਥਾ ਹੈ, ਬਾਬਾ ਫਰੀਦ ਨੇ ਰੋਕਿਆ ਉਸ ਵੇਸਵਾ ਨੂੰ, ਨਾ ਮਾਰ, ਇਸ ਗੋਲੀ ਨੂੰ ਨਾ ਮਾਰ, ਇਸ ਤੇ ਤਰਸ ਖਾ। ਇੱਕ ਦਿਨ ਐਸਾ ਹੋਇਆ, ਕਬਰਿਸਤਾਨ ਦੀ ਇੱਕ ਪਗਡੰਡੀ ਦੇ ਚੋਂ ਬਾਬਾ ਫਰੀਦ ਲੰਘੇ ਜਾ ਰਹੇ ਨੇ। ਪੈਰ ਠੋਕਰ ਖਾ ਗਏ ਇੱਕ ਖੋਪਰੀ ਨਾਲ ਕਬਰ ਸੀ, ਨੰਗੀ ਪੈ ਗਈ ਸੀ, ਮੁੱਦਤਾਂ ਦੀ ਮਿੱਟੀ ਉੱਡ ਗਈ ਸੀ। ਨਾਲ ਦੇ ਸਾਥੀਆਂ ਨੇ ਕਹਿ ਦਿੱਤਾ, ਬਾਬਾ ਜੀ ਇਹ ਤੇ ਉਸੇ ਵੇਸਵਾ ਦੀ ਕਬਰ ਹੈ ਜਿਸ ਤੇ ਸਾਰਾ ਮੁਲਤਾਨ ਮੋਹਿਤ ਸੀ,
ਜਿਸ ਦੀ ਇੱਕ ਝਲਕ ਪਾਉਣ ਲਈ ਬੜੇ ਬੜੇ ਰਸਕ ਲੋਕ, ਧਨਾਢ, ਉਲਮਾ, ਉਮਰਾ ਤਰਸਦੇ ਸਨ। ਇਹ ਤੇ ਉਸ ਦੀ ਖੋਪੜੀ ਹੈ। ਅੱਖਾਂ ਦੇ 'ਚ ਕੀੜੇ ਸਨ, ਕੁਰਬੁਲ ਕੁਰਬੁਲ ਪੈ ਕਰਨ। ਲੱਗਦਾ ਹੈ ਖੋਪੜੀ ਦੇ 'ਚ ਕਿਧਰੇ ਥੋੜਾ ਮਾਸ ਹੋਵੇਗਾ, ਤਾਂ ਹੀ ਇਹ ਕੀੜੇ ਮੌਜੂਦ ਸਨ। ਫਰੀਦ ਨੂੰ ਕਹਿਣਾ ਪਿਆ, ਕੱਜਰ ਦੀ ਰੇਖ ਦੀ ਰੜਕ ਤੇ ਸਹਾਰ ਨਾ ਸਕੀਆਂ। ਇਹ ਦੇਖੋ ਕੀੜੇ ਮਕੌੜਿਆਂ ਨੇ ਉਹਨਾਂ ਹੀ ਅੱਖਾਂ ਦੇ 'ਚ ਆਪਣੇ ਘਰ ਬਣਾ ਕੇ ਰੱਖੇ ਨੇ, ਆਪਣੇ ਆਲਣੇ ਬਣਾ ਕੇ ਰੱਖੇ ਨੇ। ਇਹ ਅੱਖਾਂ ਜਿਨ੍ਹਾਂ ਤੇ ਜਗਤ ਮੋਹਿਤ ਸੀ, ਜੋ ਗੁਲਾਬ ਜੈਸੀਆਂ ਸਨ, ਜੋ ਮ੍ਰਿਗ ਜੈਸੀਆਂ ਸਨ, ਜੋ ਚੰਦਰਮਾ ਜੈਸੀਆਂ ਸਨ, ਅੱਜ ਕਰੂਪਤਾ ਦਾ ਇੱਕ ਦ੍ਰਿਸ਼ ਪੇਸ਼ ਕਰ ਰਹੀਆਂ ਨੇ। ਕੀੜੇ ਉਸ ਵਿੱਚ ਕੁਰਬੁਲ ਕੁਰਬੁਲ ਕਰ ਰਹੇ ਨੇ। ਫਰੀਦਾ ਕੂਕੇਂਦੀਆਂ ਚਾਂਗੇ ਦੀਆਂ, ਮਤੀ ਦੇਂਦੀਆਂ ਨਿਤ, ਜੋ ਸ਼ੈਤਾਨ ਵੰਜਾਈਆਂ, ਸਿਕੇ ਤੋ ਫੇਰਨ ਚਿੱਤੇ। ਬਾਬਾ ਫਰੀਦ ਕਹਿੰਦੇ ਨੇ, ਉੱਚੀ ਆਵਾਜ਼ ਦੇ ਨਾਲ ਕੂਕ ਕੂਕ ਕੇ ਮੈਂ ਚੰਗੀ ਮਤ ਜਗਤ ਨੂੰ ਦੇਂਦਾ ਰਿਹਾ, ਸਮਝਾਉਂਦਾ ਰਿਹਾ। ਹਰ ਮਹਿਫਿਲ ਦੇ 'ਚ, ਹਰ ਸ਼ਹਿਰ ਦੇ 'ਚ, ਹਰ ਥਾਂ 'ਤੇ ਉੱਚੀ ਉੱਚੀ ਪੁਕਾਰ ਕਰਕੇ ਜਗਤ ਨੂੰ ਸਮਝਾਉਂਦਾ ਰਿਹਾ, ਸਰੀਰ ਦਾ ਇੱਕ ਦਿਨ ਅੰਤ ਹੋ ਜਾਣਾ ਹੈ, ਬੇਅੰਤ ਦੀ ਪ੍ਰਾਪਤੀ ਕਰ ਲੋ। ਸਮਾਂ ਬਹੁਤ ਕੀਮਤੀ ਹੈ, ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਦੀ ਸਹੀ ਵਰਤੋਂ ਕਰ ਲੋ। ਪਰ ਕਿਸ ਨੇ ਮੇਰੀ ਗੱਲ ਸੁਣਨੀ ਸੀ? ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਚਿਤ। ਜਿਨ੍ਹਾਂ ਦੇ ਦਿਲ ਦਿਮਾਗ ਨੂੰ ਸ਼ੈਤਾਨ ਨੇ, ਸ਼ੈਤਾਨੀ ਵਾਸ਼ਨਾਵਾਂ ਨੇ ਵਿਗਾੜ ਕੇ ਰੱਖ ਦਿੱਤਾ ਹੈ, ਭਰਮਾ ਕੇ ਰੱਖ ਦਿੱਤਾ ਹੈ, ਉਹ ਮੇਰੀ ਇਸ ਉੱਚੀ ਆਵਾਜ਼ ਨੂੰ ਕਿੱਥੇ ਸੁਣਦੇ ਨੇ? ਮੇਰੀ ਕੂਕ ਨੂੰ ਕਿੱਥੇ ਸੁਣਦੇ ਨੇ? ਕੂਕ ਜੋ ਹਿਰਦੇ ਦੀ ਤੜਪਣ ਤੋਂ ਨਿਕਲਦੀ ਹੈ। ਮਨੁੱਖਤਾ 'ਤੇ ਜਦ ਦਇਆ ਪੈਦਾ ਹੁੰਦੀ ਹੈ, ਅਗਿਆਨੀਆਂ 'ਤੇ ਜਦ ਦਇਆ ਉਤਪੰਨ ਹੁੰਦੀ ਹੈ, ਮੂਰਖਾਂ 'ਤੇ ਜਦ ਦਇਆ ਪੈਦਾ ਹੁੰਦੀ ਹੈ, ਤਾਂ ਫਕੀਰਾਂ ਦੀ ਕੂਕ ਨਿਕਲਦੀ ਹੈ। ਜਿਸ ਤਰ੍ਹਾਂ ਕਿਸੇ ਦੇ ਸਰੀਰ ਦੇ ਜ਼ਖਮ ਨੂੰ ਦੇਖ ਕੇ ਤਰਸ ਆ ਜਾਂਦਾ ਹੈ, ਕਿਸੇ ਦੀ ਬਿਮਾਰੀ ਨੂੰ ਦੇਖ ਕੇ ਤਰਸ ਆ ਜਾਂਦਾ ਹੈ, ਕਿਸੇ ਦੀ ਮਾਨਸਿਕ ਗਿਰਾਵਟ ਨੂੰ ਵੇਖ ਕੇ ਵੀ ਫਕੀਰਾਂ ਦੇ ਅੰਦਰੋਂ ਕੂਕ ਨਿਕਲਦੀ ਹੈ। ਕਿਸੇ ਦੇ ਮਾਨਸਿਕ ਬੁਖਾਰ ਨੂੰ, ਵਿਕਾਰ ਨੂੰ ਦੇਖ ਕੇ ਵੀ ਫਕੀਰ ਲੋਕ ਤੜਪ ਉੱਠਦੇ ਨੇ ਔਰ ਆਪਣੇ ਬਚਨਾਂ ਦੀ ਔਸ਼ਧੀ ਦੇ ਨਾਲ ਉਸ ਬੁਖਾਰ ਨੂੰ, ਉਸ ਬਿਮਾਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਬਾਬਾ ਫਰੀਦ ਕਹਿੰਦੇ ਨੇ, ਇਹ ਔਸ਼ਧੀ ਕੋਈ ਖਾਂਦਾ ਨਹੀਂ। ਇਹ ਬਿਮਾਰ ਲੋਕ ਇਸ ਔਸ਼ਧੀ ਨੂੰ ਖਾਂਦੇ ਨਹੀਂ। ਜਿਨ੍ਹਾਂ ਦੇ ਦਿਲ ਦਿਮਾਗ ਨੂੰ ਸ਼ੈਤਾਨ ਨੇ ਵਜਾ ਕੇ ਰੱਖਿਆ ਹੈ, ਉਹ ਮੇਰੇ ਬੋਲ ਕਿੱਥੇ ਸੁਣਦੇ ਨੇ? ਕਦੋਂ ਸੁਣਦੇ ਨੇ? ਫਰੀਦਾ ਥਿਓ ਪਵਾਈ ਦਬ, ਜੇ ਸਾਈ ਲੋੜੇ ਸਭ। ਇੱਕ ਛਿਜੇ ਬਿਆਲ ਤਾੜੀਏ, ਤਾਂ ਸਾਈ ਦੇ ਦਰਵਾੜੀਏ। ਬਾਬਾ ਫਰੀਦ ਕਹਿੰਦੇ ਨੇ, ਦਬ ਦੀ ਤਰ੍ਹਾਂ ਹੋ ਜਾ, ਘਾਸ ਦੀ ਤਰ੍ਹਾਂ। ਇਹ ਖਾਸ ਤਰ੍ਹਾਂ ਦੀ ਘਾਸ ਜਿਸ ਤੋਂ ਵਾਣ ਬਣਾਏ ਜਾਂਦੇ ਸਨ, ਜਿਸ ਤੋਂ ਪਾਇਦਾਨ ਬਣਾਏ ਜਾਂਦੇ ਸਨ, ਜਿਸ ਤੋਂ ਚਟਾਈਆਂ ਬਣਾਈਆਂ ਜਾਂਦੀਆਂ ਨੇ। ਆਮ ਇਸ ਨੂੰ ਕੂੰਦਰ ਵੀ ਕਹਿੰਦੇ ਨੇ ਉਸ ਇਲਾਕੇ ਦੇ ਵਿੱਚ, ਪਰ ਇਹ ਦਰਿਆਵਾਂ ਦੇ ਕੰਢੇ 'ਤੇ ਆਉਂਦੀ ਹੈ। ਖਾਸ ਕਰਕੇ ਦਰਿਆ ਸਿੰਧ ਦੇ ਕੰਢੇ 'ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਇਹ ਪੈਦਾ ਹੁੰਦੀ ਹੈ। ਹੋਰ ਛੋਟੇ ਵੱਡੇ ਦਰਿਆ ਜੋ ਲਹਿੰਦੇ ਪੰਜਾਬ, ਹਾਲ ਪਾਕਿਸਤਾਨ ਦੇ ਵਿੱਚ ਮੌਜੂਦ ਨੇ, ਉੱਥੇ ਇਹ ਦਬ, ਇਹ ਕੂੰਜ ਕਾਫੀ ਤਾਦਾਦ ਦੇ ਵਿੱਚ ਦਰਿਆਵਾਂ ਦੇ ਕੰਢੇ, ਪਾਣੀ ਦੇ ਜੋੜਾਂ ਦੇ ਕੰਢੇ ਪੈਦਾ ਹੁੰਦੀ ਹੈ। ਆਪ ਕਹਿੰਦੇ ਨੇ, ਇਸ ਦਬ ਵਰਗਾ ਹੋ ਜਾ। ਜੇ ਤੂੰ ਸਾਰੇ ਦਾ ਸਾਰਾ ਖੁਦਾ ਚਾਹੁੰਦਾ ਹੈ, ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਹੈ, ਤਾਂ ਇਸ ਦਬ ਵਰਗਾ ਹੋ ਜਾ। ਦੇਖੋ, ਇਸ ਨੂੰ ਪਹਿਲੇ ਕਟਿਆ ਗਿਆ ਹੈ, ਪੈਰਾਂ ਥੱਲੇ ਲਤਾੜਿਆ ਗਿਆ ਹੈ,
फिर कुटिया गया, फिर वटिया गया, फिर इसका पायदान बनया ते ये पायदान मस्जिद के बूहे ते रखिया गया है और नमाजी इस तो लंघ के जाते पे ने ते पायदान दे तले पई खाक नमाजी मस्तक ते लांदे ने, श्रद्धालु मस्तक ते पै लांदे ने, क्योंकि इस पायदान नूं खुदा दा बूआ नसीब हो गया है, नमाजियां दे कदम नसीब हो गए ने। इस दब दी तरह बाबा फरीद कहंदे ने तूं कुर्बानी कर ताकि खुदा दे बूए दा तैनूं भी जो है बैठना नसीब हो जाए ते नमाजियां दे, फकीरां दे, इबादत गुजारां दे चरनां दी धूड़ तू भी बन जाए। और जिस दिन तू धूड़ बनेगा वास्तविक ये धूड़ लोगों के मस्तक ते लगेगी, लोग मत्थे ते चुक लैणगे, लोग दिल दिमाग दे तैनूं अपनी थां देणगे। फरीदा खाक न निंदिए, खाकू जेड न कोए, जीवदिया पैरां तले मोया ऊपर हो। भूल के भी इस खाक की निंदा ना करी। देख जीवदिया जी तेरे पैरां दे थले बिल्कुल नीवीं निर्माणता का रूप बनी हुई है, और जब तू मर जाए तो तेरा पर्दा ढक दिए, तेरी लाश नूं ढक दिए, तेनूं ढक के रख देंदी है। तेरी बदबू, तेरा कुमलायापन, तेरा ये मांस, तेरियां टुटियां हुई हड्डियां सब नूं जो है ढक के रख देंदी है। खाक दी निंदा ना कर, खाक दी तरह निर्माण पुरुष हो जा। निर्माण पुरुष जगत दी खाक बनता है पैरां दी, और दूजियां दे ऐबां नूं, दूजियां दे औगणां नूं जो है ढकदा है। खाक वर्गी जिंदगी दी ये पहचान। फरीदा जां लब ताने किया, लब तां कूड़ा ने, किचर झत लंगाइए, छप्पर टुटे में। जितने चिर तक वासना है, कामनावां ने, अंदर लोभ है, तो खुदा दा प्यार कित्थे है? वो तो कामना नाल प्यार है, अपनी इच्छा वासनावां नाल प्यार है। तो वासना करके खुदा नाल संबंध जोड़ना चाहना है। ये वासना पूरी हो जाए तो संबंध टुट जाता है, ना पूरी होवे तां भी टुट जाता है। इसनों एक तशबीह दे राहीं बाबा फरीद इंज समझाते ने, किचर झत लंघाइए, छप्पर टुटे में। टुटा छप्पर जिहदे उत्ते बारिश हो रही है और किणमिण बरखा छप्पर दे अंदरों होके अंदर प्रवेश कर रही है, इस तरह टुट्टी छपरी दे थले जिसदे बूंदा बांदी हो रही है, कितने चिर तक आदमी रह सकता है? इस तरह का नेह, इस तरह की बंदगी कितने दिन तक हो सकती है? जिस दे कामना है, जिस दे वासना है, जिस दे लोड़ां ने, जिस दे मंगां ने, मंगां पूरियां हो गईयां तां भी टुट जाएगी, जे ना पूरियां होईयां तां भी टुट जाएगी। तो बाबा फरीद कहंदे ने, बंदगी कर सिर्फ बंदगी दी खातर, इबादत कर सिर्फ इबादत लई, ताकि तैनूं खुदा प्राप्त होवे। ते खुदा सुखां दा सागर है, खुदा खुशियां दा सोमा है, खुदा आनंद दा सागर है। तैनूं सब कुछ दी प्राप्ति हो जाएगी। खुदा कोल बस खुदा नूं ही मंग, होर कुछ ना मंग। जिसनों धन गुरु अर्जन देव जी महाराज इंज कहते हैं, मांग न मांग सो एके मांग। उस एक कोलों एक नूं ही मंग, भाव प्रभु कोलों सिर्फ प्रभु नूं ही मंग, होर कुछ भी ना मंग। अगले श्लोकां दी विचार इंज आप सरवण करो।